अनंत विघ्न घातकम विनष्ट सर्व पातकम सभूय शोकयांबुचातकम स्वभगत चिंत सात्ककम सुरेंद्र चंद्र नायकम स्वभुक्ति मुक्तिदायकम कोवासनारिसायकं नमामि नानकं गुरुम् कोवासनारिसायकं नमामि नानकं गुरुम्। गुरु प्यारेओ, सिख कौम दे महान विद्वान पंडित गुलाब सिंह जी कृत मोक्ष पंथ प्रकाश दे ਆਪਾਂ प्रथम निवास ਨੂੰ श्रवण कर रहे हैं ਤੇ ਕੱਲ 23 ਸ਼ਲੋਕ ਆਪਣੇ ਹੋ ਗਏ ਸੀ। 24ਵੇਂ ਸ਼ਲੋਕ ਨੂੰ ਅੱਜ ਆਪਾਂ ਪ੍ਰਾਰੰਭ ਕਰਨ ਜਾ ਰਹੇ ਹਾਂ। ਇਸ ਵਿੱਚ ਗ੍ਰੰਥਾਕਾਰ ਸਿਧਾਂਤੀ ਜਿਹੜਾ ਹੈ ਉਹ ਸਿਧਾਂਤ ਨੂੰ ਪ੍ਰਗਟ ਕਰਨ ਲਈ ਅੱਗੇ ਵਧਿਆ ਤੇ ਸਿਧਾਂਤੀ ਉਸ ਦੇ ਵਿੱਚ ਦੱਸਦੇ ਨੇ ਕਿ जह कछ नेम नहीं भव माही प्रत्यक्ष न होए सो होवे नहीं होए वास्तु और भाषा नाही जाके अष्ट हेतु भव माही। ग्रंथाकार कहते कि ये नेम नहीं सृष्टि विच, ये नियम नहीं भव सागर दे विच, भव दे विच, दुनिया दे विच भी प्रत्यक्ष जिहड़ी चीज है नहीं वो है ही नहीं। प्रत्यक्ष ना होए सो होवे नहीं, जिहड़ी चीज प्रत्यक्ष नहीं हुंदी वो है ही नहीं है, ये संभव नहीं है। होए वस्तु और भाषा नहीं है, वस्तु और भास दी नहीं है, महसूस नहीं हुंदी। पर जाके अष्ट हेतु भव माई, ओदे भी 8 हेतु है, 8 कारण है, 8 ढंग है दसन दे, सृष्टि विच प्रगट होने दे, विचरण दे, ਉਹਨੂੰ ਅਨੁਭਵ ਕਰਨ ਦੇ ਵੀ ਕੁਝ ਐਸੇ ਰੂਪਕ ਹੈਗੇ ਆ ਜਿਨ੍ਹਾਂ ਨਾਲ ਉਸ ਵਸਤੂ ਦਾ ਕਿਸੇ ਨਾ ਕਿਸੇ ਰੂਪ ਵਿੱਚ ਸਾਖਸ਼ਾਤਕਾਰ ਹੁੰਦਾ ਹੈ। ਦੂਰ ਸਮੀਪ ਇੰਦਰੀਐ ਕੋ ਹਾਨ ਮਨ ਚੰਚਲ ਸੂਖਮ ਵਿਵਧਾਨ। ਦੂਰ ਸਮੀਪ, ਦੂਰ ਠਹਿਰੀ ਹੋਈ ਬਸਤੀ, ਇੰਦਰੀਆ ਜਿਹੜੀ ਹੈ ਆਪਣੀ ਦੂਰ ਦੀ ਵਸਤੂ ਨੂੰ ਜਿਹੜੀ ਹੈ ਪਕੜ ਨਹੀਂ ਪਾਉਂਦੀ ਤੇ ਹਾਨ ਹੋ ਜਾਂਦੀ ਹੈ। ਭਾਵ ਜਿਹੜੀ ਚੀਜ਼ ਹੈ ਹੀ ਦੂਰ, ਉਹਨੂੰ ਵੀ ਜ਼ਿਆਦਾ ਨਜ਼ਦੀਕ ਹੋ ਜੇ, ਉਹਨੂੰ ਵੀ ਦੂਰ ਦੀ ਚੀਜ਼ ਨੂੰ ਵੀ ਤੇ ਨਜ਼ਦੀਕ ਨੂੰ ਵੀ। ਅੱਗੇ ਵੀ ਜਾ ਕੇ ਗ੍ਰੰਥਾਕਾਰ ਦੇ ਦੱਸਣਗੇ ਦੂਰ ਸਮੀਪ। ਕਹਿੰਦੇ ਇੰਦਰੀਆ ਕੋ ਹਾਨ, ਇੰਦਰੀਏ ਦੇ ਵਿੱਚ ਹਾਨੀ ਹੋ ਜਾਂਦੀ ਹੈ, ਭਾਵ ਇੰਦਰੀਆ ਉਹਨੂੰ ਫੜ ਨਹੀਂ ਸਕਦਾ। ਮਨ ਚੰਚਲ ਸੂਖਮ ਵਿਵਧਾਨ, ਜਿਹੜਾ ਮਨ ਹੈ ਉਹ ਇੰਨਾ ਚੰਚਲ ਹੈ, ਸੂਖਮ ਵਿਵਧਾਨ ਉਹਦੇ ਵਿੱਚ ਪੈਂਦਾ ਰਹਿੰਦਾ। ਕਈ ਵਾਰ ਆਪਾਂ ਨਿਤਨੇਮ ਦੇ ਵਿੱਚ ਮਨ ਜੋੜਦੇ ਹਾਂ ਤੇ ਵਿਵਧਾਨ ਪੈ ਕੇ ਉਹਦੀ ਤਰੰਗ ਹੋਰ ਪਾਸੇ ਚਲੀ ਜਾਂਦੀ ਹੈ। ਬੈਠਾ ਬੰਦਾ ਗ੍ਰੰਥ ਖੋਲੀ ਬੈਠਾ ਹੁੰਦਾ ਤੇ ਬਿਰਤੀ ਉਹਦੀ ਕਿੱਥੇ ਹੈ, ਮੰਨ ਲਓ ਵੀ ਹੋਰ ਪਾਸੇ ਤੁਰੀ ਫਿਰਦੀ ਹੈ। ਤਿਰਸਕਾਰ ਸਜਾਤੀ ਸੰਗ ਜੈ ਅਠ ਹੇਤੂ ਧਰੋ ਚਿਤ ਅੰਗ। ਇੱਥੇ ਗ੍ਰੰਥਾਕਾਰ ਕਹਿੰਦੇ ਤਿਰਸਕਾਰ ਤਿਆਗ ਦੇਣਾ ਤੇ ਸਜਾਤੀ, ਸਜਾਤੀ ਦਾ ਅਰਥ ਹੈ ਉਹ ਜਾਤੀ, ਉਸ ਦੇ ਨਾਲ ਦੀ ਜਾਤੀ ਹੋਰ ਵੀ ਇਸ ਧਰਤੀ ਤੇ ਜਿਹੜੀ ਪਾਈ ਜਾਂਦੀ ਹੈ। ਸਜਾਤੀ ਬਜਾਤੀ ਭੇਦ ਦੋ ਅੱਗੇ ਆਪਾਂ ਪੜਾਂਗੇ। ਉਹ ਜਿਹੜਾ ਸੰਗ ਹੈ, ਸਜਾਤੀ ਸੰਗ ਨਾਲਦਿਆਂ ਦਾ ਸੰਗ ਹੁੰਦਾ, ਉਹਦੇ ਕਰਕੇ ਵੀ ਕੁਝ ਅਨੁਭਵ ਹੋ ਜਾਂਦਾ, ਪਤਾ ਲੱਗ ਜਾਂਦਾ। ਜਹ 8 ਹੇਤੂ ਧਰੋ ਚਿਤ ਅੰਗ, ਗ੍ਰੰਥਾਕਾਰ ਕਹਿੰਦੇ 8 ਹੇਤੂ ਹਿਰਦੇ ਦੇ ਵਿੱਚ ਧਾਰਨ ਕਰ ਲਵੋ। ਠੀਕ ਹੈ ਜੀ। ਜੀ ਮਹਾਰਾਜ। ਅਬ ਔਕਤ ਜਿਹੜਾ ਹੇਤੂਆਂ ਦਾ ਵਰਣਨ ਕਰਦੇ ਨੇ। ਅਧਿਕ ਦੂਰ ਭਾਸੈ ਨਹੀਂ ਜਿਉ ਖਗ ਦੂਰ ਗਾ ਗਮਨ ਕੇ ਮਾਹੀ ਅਤਿ ਸਮੀਪ ਤੇ ਨਜ਼ਰ ਨ ਆਵੈ ਜਿਉ ਨਿਜ ਨੈਣ ਨੀਲ ਨਹਿ ਪਾਵੈ। ਕਹਿੰਦੇ ਅਧਿਕ ਦੂਰ ਭਾਸੈ ਨਹੀਂ, ਅਧਿਕ ਦੂਰ ਦੇ ਜੀ ਚਲੀ ਜਾਵੇ ਤੇ ਆਪਾਂ ਨੂੰ ਭਾਸਦੀ ਨਹੀਂ, ਪਤਾ ਨਹੀਂ ਲੱਗਦਾ। ਕਈ ਵਾਰ ਆਕਾਸ਼ ਦੇ ਵਿੱਚ ਜਿਉਂ ਖਗ ਦੂਰ ਗਗਨ ਕੇ ਮਾਹੀ, ਕਈ ਵਾਰ ਜਿਹੜੇ
ਪੰਛੀ ਆ ਨਾ, ਉਹ ਆਕਾਸ਼ ਦੇ ਵਿੱਚ ਜਦੋਂ ਪ੍ਰਵਾਜ਼ ਲੰਬੀ ਲੈਂਦੇ ਆ ਤੇ ਆਪਾਂ ਨੂੰ ਦਿਖਦੇ ਨਹੀਂ, ਉਹ ਬੱਦਲੋਂ ਨੂੰ ਢੱਕ ਲੈਂਦੇ ਆ, ਵਿਵਧਾਨ ਉਹਦੇ ਵਿੱਚ ਆ ਜਾਂਦਾ ਹੈ, ਤਾਂ ਉਹ ਇੱਕ ਆਪਣੇ ਸਿਰ ਦੇ ਉੱਪਰ ਫਿਰਦੇ ਹੋਏ ਵੀ ਆਪਾਂ ਨੂੰ ਦਿਖਦੇ ਨਹੀਂ, ਦੂਰ ਹੋ ਜਾਂਦੇ ਆ, ਗਗਨ ਦੇ ਵਿੱਚ, ਆਕਾਸ਼ ਦੇ ਵਿੱਚ ਦੂਰ ਚਲੇ ਜਾਂਦੇ ਆ। ਅਤ ਸਮੀਪ ਤੇ ਨਜ਼ਰ ਨਾ ਆਵੇ, ਅਤੀ ਸਮੀਪ ਤੋਂ ਵੀ ਨਜ਼ਰ ਨਹੀਂ ਆਉਂਦਾ। ਜੇ ਆਪਾਂ ਕਹੀਏ ਵੀ ਬਾਹਲੀ ਸਮੀਪ ਤੋਂ ਵੀ ਆਪਾਂ ਦੇਖ ਲਾਂਗੇ, ਨਹੀਂ ਦੇਖਿਆ ਜਾਂਦਾ। ਕਿਵੇਂ? ਗ੍ਰੰਥਾਕਾਰ ਨੇ ਐਗਜ਼ਾਮਪਲ ਬੜੀ ਸੋਹਣੀ ਦਿੱਤੀ ਹੈ, ਕਹਿੰਦੇ ਜਿਉਂ ਨਿਜ ਨੈਣ ਨੀਲ ਨਹਿ ਪਾਵੇ। ਆਪਣੇ ਨੇਤਰ ਦੇ ਵਿੱਚ ਇੱਕ ਨੀਲ ਰੰਗ ਦੀ ਪੁਤਲੀ ਹੁੰਦੀ ਹੈ। ਹੁਣ ਤੁਸੀਂ ਆਪਦੇ ਨੇਤਰ ਦੀ ਪੁਤਲੀ ਦੇਖੀ ਹੈ ਕਿਸੇ ਨੇ ਕਦੇ? ਉਹ ਬਿਲਕੁਲ ਨਜ਼ਦੀਕ ਹੈ, ਅੱਖ ਦੇ, ਇੰਦਰੀਏ ਦੇ ਬਿਲਕੁਲ ਨਾਲ ਹੈ, ਉਹ ਨਹੀਂ ਦੇਖੀ। ਇਸ ਲਈ ਅਤੀ ਸਮੀਪ ਤੇ ਅਤੀ ਦੂਰ ਆਪਾਂ ਪ੍ਰਤੱਖ ਨਹੀਂ ਕਰ ਸਕਦੇ, ਜਦ ਕਿ ਉਹ ਚੀਜ਼ਾਂ ਹੁੰਦੀਆਂ। ਪੁਤਲੀ ਵੀ ਸਾਡੇ ਅੱਖ ਵਿੱਚ ਹੈਗੀ ਹੈ, ਤੇ ਖਗ ਵੀ ਜਿਹੜਾ ਆਕਾਸ਼ ਗਗਨ ਦੇ ਵਿੱਚ ਉੱਡ ਰਿਹਾ, ਪਰ ਅਸੀਂ ਉਹਨੂੰ ਭਾਸ ਨਹੀਂ ਸਕਦੇ, ਦੇਖ ਨਹੀਂ ਸਕਦੇ, ਕਿਉਂਕਿ ਅਤੀ ਦੂਰ ਤੇ ਅਤੀ ਨਿਕਟ ਵੀ ਸਾਨੂੰ ਨਹੀਂ ਦਿੰਦਾ। ਇਸ ਲਈ ਪ੍ਰਤੱਖ ਸਾਰੀਆਂ ਚੀਜ਼ਾਂ ਦਾ ਨਹੀਂ ਹੋ ਸਕਦਾ। ਗ੍ਰੰਥਾਕਾਰ ਦਾ ਸਿੱਧ ਕਰਨ ਦਾ ਹੀ ਸਿਧਾਂਤੀ ਦਾ ਢੰਗ ਹੈ। ਇਹ ਤੇ ਗੱਲ ਹੋ ਗਈ ਦੂਰ ਸਮੀਪ ਦੀ, ਠੀਕ ਹੈ ਜੀ। ਇਹ ਵੀ ਇੱਕ ਹੇਤੂ ਦੱਸ ਰਹੇ ਆ, ਇਹ ਹੁਣ ਹੇਤੂ ਆ, ਤੁਸੀਂ ਧਿਆਨ ਰੱਖਿਓ, ਦੋ ਹੇਤੂ ਇਹਦੇ ਵਿੱਚ ਆ ਗਏ। ਇੰਦਰੈ ਹਾਨ ਹੋਏ ਪੁਨ ਜਹਾਂ, ਅੰਧਾ ਰੂਪ ਨ ਹੇਰੈ ਤਹਾਂ। ਦੂਰ ਸਮੀਪ ਤੋਂ ਬਾਅਦ ਇੰਦਰੀਆਂ ਨੂੰ ਹਾਨ, ਤੀਜਾ ਹੇਤੂ ਕੀ ਸੀਗਾ? ਇੰਦਰੀਆਂ ਦੀ ਹਾਨਤਾ, ਠੀਕ ਹੈ ਜੀ। 8 ਹੇਤੂ ਆਪਾਂ ਇਹਦੇ ਵਿੱਚ ਵਰਣਨ ਕਰਦੇ ਹਾਂ। ਤੀਜਾ ਹੇਤੂ ਕਿਹੜਾ ਹੈ? ਇੰਦਰੀਆਂ ਦੀ ਹਾਨਤਾ, ਇੰਦਰੀਆਂ ਦਾ ਹਾਨ ਹੋ ਜਾਣਾ। ਇੱਥੇ ਤੀਜੀ ਸਤਰ ਵਿੱਚ ਗ੍ਰੰਥਾਕਾਰ ਕਹਿੰਦੇ ਇੰਦਰੀਆ ਹਾਨ ਹੋਏ ਪੁਨ ਜਹਾਂ, ਜਿੱਥੇ ਇੰਦਰੀਆਂ ਦੀ ਹਾਨੀ ਹੋਵੇ ਉਥੇ ਤੁਸੀਂ ਅੰਧਾ ਰੂਪ ਨਾ ਹੇਰੈ ਤਹਾਂ। ਜਦੋਂ ਅੰਧਾ ਰੂਪ ਹੈ, ਇੰਦਰੀ ਦੀ ਹਾਨੀ ਹੋ ਗਈ, ਅੱਖ ਉਹਦੀ ਖਰਾਬ ਹੋ ਗਈ, ਫਿਰ ਉਹ ਰੂਪ ਕਿੱਥੋਂ ਦਿਖੂਗਾ? ਉਹਨੂੰ ਰੂਪ ਨਹੀਂ ਦੇਖ ਸਕਦਾ। ਇਸ ਲਈ ਇਹ ਵੀ ਇੱਕ ਢੰਗ ਹੈ ਦੁਨੀਆ ਦਾ, ਵੀ ਜਦੋਂ ਇੰਦਰੀਆ ਹੀ ਕੰਮ ਨਹੀਂ ਕਰਦਾ ਤੇ ਤਾਂ ਵੀ ਨਹੀਂ ਉਹਨੂੰ ਦਿਖਦਾ, ਪਰ ਵਸਤੂ ਤਾਂ ਹੈਗੀ ਹੈ ਸਾਹਮਣੇ। ਹੁਣ ਸਾਹਮਣੇ ਆਪਣੇ ਗ੍ਰੰਥ ਪਿਆ ਹੈ, ਮੰਨ ਲਓ ਬੰਦੇ ਦੀ ਨਿਗਾਹ ਹੀ ਘਟ ਗਈ, ਨੇਤਰ ਵੀ ਖੁੱਲੇ ਆ, ਗ੍ਰੰਥ ਵੀ ਪਿਆ ਤੇ ਦਿਖਦਾ ਨਹੀਂ, ਜਦੋਂ ਐਨਕ ਲਾ ਲਈ ਉਦੋਂ ਦਿਖਦਾ। ਇਸ ਲਈ ਇਹ ਵੀ ਇੱਕ ਚੀਜ਼ਾਂ ਹੈਗੀਆਂ, ਪ੍ਰਤੱਖ ਹੋਣ ਦੇ ਵਿੱਚ ਵਿਵਧਾਨ ਹੈਗਾ। ਇਹ ਇੱਥੇ ਗ੍ਰੰਥਾਕਾਰ ਦੱਸਦੇ ਅੰਧਾ ਰੂਪ ਨਾ ਹੇਰੈ ਤਹਾਂ। ਇਹ ਤੀਜਾ ਹੇਤੂ ਹੋ ਗਿਆ। ਚੌਥਾ ਹੇਤੂ ਕੌਣ ਹੈ? ਮਨ ਚੰਚਲ। ਮਨ ਨਹਿ ਸਥਿਤ ਜਾ ਕੋ ਕੋਈ, ਨਿਕਟ ਪਦਾਰਥ ਲਖੈ ਨਾ ਕੋਈ। ਕਹਿੰਦੇ ਮਨ ਜੇ ਸਥਿਰ ਨਹੀਂ ਨਾ ਆਪਣਾ, ਮਨ ਦੀ ਟਿਕਟ ਕੀ, ਕਈ ਵਾਰ ਮਨ ਕਿਤੇ ਹੋਰ ਹੁੰਦਾ ਤੇ ਬੰਦਾ ਸਾਹਮਣੇ ਪਈ ਵਸਤੂ ਨਹੀਂ, ਇਗਨੋਰ ਕਰ ਜਾਂਦਾ, ਭੁੱਲ ਜਾਂਦਾ, ਦਿਖਦੀ ਨਹੀਂ ਉਹ। ਹੁਣ ਮਨ ਜੇ ਇੰਦਰੀਏ ਦੇ ਨੇਤਰਾਂ ਦੇ ਨਾਲ ਜੁੜ ਕੇ ਕਾਰਜ ਕਰਦਾ ਹੈ ਤਾਂ ਸਿੱਧ ਹੈ, ਤੇ ਜੇ ਮਨ ਅਨਯਤਰ ਹੈ ਤੇ ਇੰਦਰੀਆ ਆਪਣਾ ਅਨਯਤਰ ਹੈ ਤਾਂ ਫਿਰ ਇਹ ਸਿੱਧੀ ਨਹੀਂ ਹੁੰਦੀ। ਕਈ ਵਾਰ ਆਪਾਂ ਦੇਖ ਕੇ ਕੋਲ ਦੀ ਲੰਘੇ ਆਉਣੇ ਆ, ਮਨ ਦੇ ਵਿੱਚ ਸੰਕਲਪ ਹੋਰ ਚੱਲਦਾ ਹੁੰਦਾ। ਆ ਹੁਣੇ ਹੀ ਆਪਾਂ ਪੜ੍ਹ ਕੇ ਆਏ ਆ ਪੰਕਤੀ, ਉਹ ਦਿਸੀ ਨਹੀਂ, ਪੰਕਤੀ ਨਹੀਂ ਦਿਸੀ, ਕਿਉਂਕਿ ਮਨ ਹੋਰ ਪਾਸੇ ਸੀ। ਜਦੋਂ ਮਨ ਉੱਥੇ ਹੈ, ਸੰਕਲਪ ਗ੍ਰੰਥ ਦੇ ਵਿੱਚ ਹੈ, ਤਾਂ ਫਿਰ ਇਹ ਕਿਤੇ ਜਾ ਨਹੀਂ ਸਕਦਾ। ਇੱਥੇ ਗ੍ਰੰਥਾਕਾਰ ਤੀਜਾ ਹੇਤੂ ਚੌਥਾ ਹੇਤੂ ਦੱਸਦੇ ਨੇ, ਮਨ ਚੰਚਲ ਸੂਖਸ਼ਮ ਵਿਵਧਾਨ। ਮਨ ਚੰਚਲ ਦੀ, ਮਨ ਦੀ ਚੰਚਲਤਾ, ਕਹਿੰਦੇ ਇਹ ਵੀ ਇੱਕ ਚੌਥਾ ਜਿਹੜਾ ਹੈ, ਕੀ ਹੈ ਇਹ ਵੀ ਹੇਤੂ ਹੈ, ਚੌਥਾ ਹੇਤੂ ਹੈ। ਇਹ ਅਸ਼ਟ ਹੇਤੂ ਦੀ ਗੱਲ ਚੱਲੀ ਹੈ, ਚੌਥਾ ਹੇਤੂ ਹੈ ਮਨ ਚੰਚਲ। ਮਨ ਨਹਿ ਸਥਿਤ ਜਾ ਕੋ ਹੋਈ, ਜਿਹਦਾ ਮਨ ਸਥਿਤ ਨਹੀਂ ਹੈ ਨਾ, ਨਿਕਟ ਪਦਾਰਥ ਲਕੇ ਨਾ, ਕੋਈ ਨੇੜੇ ਪਈ ਚੀਜ਼ ਵੀ ਨਹੀਂ ਦਿੰਦੀ ਹੁੰਦੀ ਉਦੋਂ। ਤੇ ਦਾਸ ਨਾਲ ਕਈ ਵਾਰ ਹੋਇਆ ਵੀ ਕਲਮ ਜੇਬ ਚ ਪਾਈ ਹੁੰਦੀ ਹੈ ਤੇ ਮੈਂ ਪਾਸੇ ਆਸੇ ਭਾਲਦਾ ਫਿਰਦਾ ਰਹਿਣਾ ਵੀ ਯਾਰ ਪੈਨ ਰੱਖਿਆ ਸੀ ਇੱਥੇ। ਇਸ ਲਈ ਐ ਹੋ ਜਾਂਦਾ ਮਨ, ਜੇ ਉਧਰ ਗ੍ਰੰਥ ਵਿੱਚ ਜੁੜਿਆ ਪਿਆ ਜਾਂ ਲਿਖਣ ਵਿੱਚ ਆ ਗਿਆ ਜਾਂ ਕਿਸੇ ਹੋਰ ਗੱਲ ਚ ਆ ਗਿਆ ਤਾਂ ਐ ਹੋ ਜਾਂਦਾ। ਇਸ ਲਈ ਗੁਰੂ ਪਿਆਰਿਓ, ਇਹ ਹੋ ਗਿਆ ਚੌਥਾ ਵਿਵਧਾਨ, ਚੌਥਾ ਹੇਤੂ, ਠੀਕ ਹੈ ਜੀ। ਸੂਖਸ਼ਮ ਵਿਵਧਾਨ ਆ ਗਿਆ ਹੁਣ। ਅਤਿ ਸੂਖਸ਼ਮ ਪਰਮਾਣੂ ਜੋਈ, ਤਾਹੇ ਨਾ ਲਖੇ ਜਗਤ ਮੈਂ ਕੋਈ। ਕਹਿੰਦੇ ਅਤ ਸੂਖਸ਼ਮ ਪਰਮਾਣੂ ਆ ਜਿਹੜਾ, ਉਹਨੂੰ ਵੀ ਕੋਈ ਜਾਣ ਨਹੀਂ ਸਕਦਾ। ਹੁਣ ਇੱਥੇ ਤੁਸੀਂ ਇਹ ਕੁਐਸਚਨ ਕਰ ਸਕਦੇ ਹੋ ਵੀ ਪਰਮਾਣੂ ਫਿਰ ਕਿਹੋ ਜਿਹਾ ਹੁੰਦਾ, ਜਿਹਨੂੰ ਕੋਈ ਦੇਖ ਨਹੀਂ ਸਕਦਾ। ਪਰਮਾਣੂ ਨੂੰ ਆਪਾਂ ਨਹੀਂ ਦੇਖ ਸਕਦੇ, ਅਣੂ ਨੂੰ ਦੇਖ ਸਕਦੇ ਹਾਂ। ਅਣੂ ਜੇ ਤੁਸੀਂ ਕਿਤੇ ਦੇਖਣਾ ਹੋਵੇ ਨਾ, ਤਾਂ ਉੱਥੇ ਮਹਿਸੂਸ ਕਰੋ, ਤਾਂ ਜਦੋਂ ਸੂਰਜ ਦੀ ਰੋਸ਼ਨੀ ਪੈਂਦੀ ਹੋਵੇ ਕਿਸੇ ਕਮਰੇ ਦੇ ਵਿੱਚ, ਤੇ ਉਹਦੇ ਵਿੱਚ ਨਾ ਇੱਕ ਛੋਟੇ ਛੋਟੇ ਕਣ ਉੱਡੇ ਫਿਰਦੇ ਹੁੰਦੇ ਆ। ਉਹ ਕਣ ਦਾ ਤੀਜਾ ਹਿੱਸਾ, ਉਹ ਕਣ ਦਾ ਤੀਜਾ ਹਿੱਸਾ ਪਰਮਾਣੂ ਆ। ਮੰਨ ਲਓ ਉਹ ਕਦੇ ਦਿਸਦਾ ਨਹੀਂਗਾ, ਉਹੀ ਨਹੀਂ ਦਿਖਦੇ। ਪਹਿਲੀ ਗੱਲ ਤਾਂ ਆਪਾਂ ਨੂੰ, ਜੇ ਸੂਰਜ ਦੀ ਰੋਸ਼ਨੀ ਨਾ ਪਵੇ ਤਾਂ ਉਹ ਵੀ ਨਹੀਂ ਦਿਖਦੇ।
ਉਹ ਸੂਰਜ ਦੀ ਰੋਸ਼ਨੀ ਹੀ ਦਿਖਾਉਂਦੀ ਹੈ। ਇਸੇ ਲਈ ਇੱਥੇ ਗ੍ਰੰਥਾਕਾਰ ਨੇ ਕਿਹਾ ਅਤ ਸੂਖਸ਼ਮ ਪਰਮਾਣੂ ਜੋਈ। ਜਿਹੜਾ ਸੂਖਸ਼ਮ ਹੈ ਨਾ, ਇੱਥੇ ਪੰਜਵਾਂ ਹੇਤੂ ਕੀ ਹੈ? ਸੂਖਸ਼ਮ ਵਿਵਧਾਨ। ਸੂਖਸ਼ਮ ਅਤੇ ਸੂਖਸ਼ਮ ਪਰਮਾਣੂ ਜੋਈ ਤਾਏ ਨਾ ਲਖੇ ਜਗਤ ਮੈਂ ਕੋਈ। ਉਹਨੂੰ ਕੋਈ ਜਗਤ ਵਿੱਚ ਜਾਣ ਨਹੀਂ ਸਕਿਆ। ਪਰਮਾਣੂ ਕਿਸੇ ਨੂੰ ਦਿਸੇ ਨਹੀਂ, ਪਰ ਪਰਮਾਣੂਆਂ ਨੂੰ ਜੁੜ ਕੇ ਅਣੂ, ਅਣੂ ਤੋਂ ਜਾ ਕੇ ਫਿਰ ਜਿਹੜੀ ਹੈ ਪਦਾਰਥ ਦੀ ਸੰਗ੍ਰਹਿ ਬਿਰਤੀ ਵਾਲੀ ਪਦਾਰਥ ਬਣਦਾ ਹੈ। ਭੀਤਾਦਿਕ ਵਿਵਧਾਨ ਹੋਈ, ਨਰਪਤ ਨਾਰੀ ਲਖੈ ਨਾ ਕੋਈ। ਗ੍ਰੰਥਾਕਾਰ ਕਹਿੰਦੇ ਵਿਵਧਾਨ, ਹੁਣ ਵਿਵਧਾਨ ਦੀ ਗੱਲ ਹੈ। ਭੀਤਾਦਿਕ ਵਿਵਧਾਨ ਹੋਈ, ਜਿਹੜਾ ਉਹ ਭੀਤ ਆਦਿ ਕੰਧ ਆਪਾਂ ਕੱਢ ਦਿੰਦੇ ਆ। ਹੁਣ ਕੰਧ ਹੈ ਜਿਹੜੀ ਜਦੋਂ ਦ੍ਰਿਸ਼ਟੀ ਦੇ ਮੂਹਰੇ ਆ ਜਾਂਦੀ ਹੈ, ਤਾਂ ਇਹ ਹੁਣ ਕੰਧ ਤੋਂ ਦੂਜੇ ਪਾਸੇ ਦਰਖਤ ਵੀ ਹੈਗੇ ਆ, ਜਾਨਵਰ ਵੀ ਹੈਗੇ ਆ, ਪਰ ਕੰਧ ਨੇ ਆਪਣੀ ਦ੍ਰਿਸ਼ਟੀ ਨੂੰ ਰੋਕ ਦਿੱਤਾ। ਹੁਣ ਕੰਧ ਦ੍ਰਿਸ਼ਟੀ ਵਿੱਚ ਤਾਂ ਕੰਧ ਹੀ ਆਊਗੀ, ਪਰ ਆਪਾਂ ਕਵਾਂਗੇ, ਇਹ ਨਹੀਂ ਕਹਿ ਸਕਦੇ ਵੀ ਪਰਲੇ ਵੀ ਦਰਖਤ ਹੀ ਹੈ ਨਹੀਂ ਗੇ। ਦਰਖਤ ਹੈਗੇ ਆ ਪਰਲੇ ਪਾਸੇ, ਪਰ ਕੰਧ ਨੇ ਸਾਡੀ ਦ੍ਰਿਸ਼ਟੀ ਰੋਕ ਦਿੱਤੀ। ਇਸ ਕਰਕੇ ਉਹ ਇੱਕ ਵਿਵਧਾਨ ਪੈ ਗਿਆ ਸਾਡੇ ਉਹਦੇ ਵਿੱਚ, ਨੇਤਰ ਦੇ ਵਿੱਚ, ਨੇਤਰ ਦੀ ਦੇਖਣ ਦੀ ਦ੍ਰਿਸ਼ਟੀ ਦੇ ਵਿੱਚ। ਜਿਹਨੂੰ ਅਸੀਂ ਇੰਦਰੀਆਂ ਨੂੰ ਦੇਖਣਾ ਸੀ ਨਾ, ਇੰਦਰੀਆਂ ਨੇ ਚੈੱਕ ਕਰਨਾ ਸੀ, ਉਹ ਵੀ ਸਾਥੋਂ ਹੋ ਨਹੀਂ ਸਕਿਆ। ਨਰਪਤ ਨਾਰੀ ਲਖੈ ਨਾ ਕੋਈ। ਤੇ ਜਿਹੜੀ ਰਾਜੇ ਦੀ ਜਿਹੜੀ ਨਾਰੀ ਹੈ, ਉਹ ਵੀ ਜਾਣੀ ਨਹੀਂ ਜਾਂਦੀ। ਜੇ ਮੰਨ ਲਓ ਵਿਵਧਾਨ ਜੇ ਪੈ ਜਾਵੇ, ਵਿਵਧਾਨ ਦੀ ਗੱਲ ਵੀ ਚੱਲੀ ਜਾਂਦੀ। ਗ੍ਰੰਥਾਕਾਰ ਕਹਿੰਦੇ ਨਰਪਤ, ਨਰਪਤ ਕੌਣ ਹੈ? ਨਰੋਂ ਦਾ, ਨਰਾਂ ਦਾ ਪਤੀ, ਰਾਜਾ। ਤੇ ਕਹਿੰਦੇ ਉਹਦੀ ਜਿਹੜੀ ਨਾਰੀ ਹੈ, ਰਾਣੀ ਹੈ, ਉਹਨੂੰ ਵੀ ਕੋਈ ਜਾਣਦਾ ਨਹੀਂ ਹੈ। ਜੇ ਹੁਣ ਮੰਨ ਲਓ ਉਹ ਆਪਾਂ ਦੇਖਾਂਗੇ ਕੰਧ ਤੋਂ ਦੂਜੇ ਪਾਸੇ ਬੈਠੀ, ਤੇ ਆਪਾਂ ਨੂੰ ਕੀ ਪਤਾ ਵੀ ਕੌਣ ਹੈ? ਜਦੋਂ ਤੱਕ ਵਿਵਧਾਨ ਆ, ਉਦੋਂ ਤੱਕ ਤੁਸੀਂ ਕਿਸੇ ਨੂੰ ਕੁਝ ਨਹੀਂ ਜਾਣ ਸਕਦੇ। ਦੇਖ ਕੇ ਹੀ ਉਹਦਾ ਅਨੁਭਵ ਹੋ ਸਕਦਾ ਹੈ। ਤਿਰਸਕਾਰ ਆ ਗਿਆ ਅੱਗੇ। ਰਵੀ ਦੁਤਮ ਦੁਤੀ ਸੋ, ਜਾ ਕੀ ਦੁਤੀ ਨਾਸੇ, ਗगन ਮਾਹੇ ਤਾਰਾ ਨੇ ਭਾਖੇ ਭਾਸੇ। ਸਜਾਤੀ ਵਿਜਾਤੀ। ਗ੍ਰੰਥਾਕਾਰ ਕਹਿੰਦੇ ਰਵੀ ਦੁਤੀ ਸੋ, ਜਾ ਕੀ ਦੁਤੀ ਨਾਸੇ। ਰਵੀ ਸੂਰਜ ਜਦੋਂ ਚੜ ਗਿਆ, ਉਹਦੀ ਪ੍ਰਕਾਸ਼ਮय ਦੁਤੀ ਦੇ ਨਾਲ, ਤੇ ਦੁਤੀ ਨਾਸ਼ੇ ਕਿਹਦੀ ਦੁਤੀ ਨਾਸ਼ ਹੋ ਜਾਂਦੀ ਹੈ? ਚੰਦਰਮਾ ਦੀ। ਚੰਦਰਮਾ ਦੀ ਦੁਤੀ ਨਾਸ਼ ਹੋ ਜਾਂਦੀ ਹੈ। ਚੰਦਰਮਾ ਉੱਥੋਂ ਦੂਰ ਹੋ ਜਾਂਦਾ, ਯਾਨੀ ਚੰਦਰਮਾ ਦਾ ਪ੍ਰਕਾਸ਼ ਤਾਂ ਨਹੀਂ ਰਹਿੰਦਾ ਨਾ ਜਦੋਂ ਸੂਰਜ ਚੜ ਗਿਆ। ਚੰਦਰਮਾ ਦਾ ਪ੍ਰਕਾਸ਼ ਮੰਦ ਪੈ ਜਾਂਦਾ, ਖਤਮ ਹੋ ਜਾਂਦਾ। ਗगन ਮਾਹੇ, ਗगन ਦੇ ਵਿੱਚ ਕੇਵਲ ਤੇ ਕੇਵਲ ਪ੍ਰਕਾਸ਼ ਰਹਿੰਦਾ ਹੈ ਸੂਰਜ ਦਾ। ਤੇ ਤਾਰਾ ਨਹਿ ਭਾਸੇ। ਹੁਣ ਤਾਰੇ ਤਾਂ ਨਹੀਂ ਦਿੰਦੇ, ਠੀਕ ਹੈ ਜੀ, ਤਾਰੇ ਦਿੰਦੇ ਆ। ਇਹਨੂੰ ਤਿਰਸਕਾਰ ਕਹਿੰਦੇ ਆ। ਕੀ ਕਹਿੰਦੇ ਆ ਇਹਨੂੰ? ਤਿਰਸਕਾਰ। ਮੇਰੇ ਖਿਆਲ 'ਚ ਤਿਰਸਕਾਰ ਆਪਾਂ ਨਰਪਤੀ ਵਾਲਾ ਵੀ ਦੇ ਸਕਦੇ ਹਾਂ, ਪਰ ਆਹੀ ਤਿਰਸਕਾਰ ਬਣਦਾ ਜਿਹੜਾ ਇਹ ਹੇਤੂ ਆ। ਗ੍ਰੰਥਾਕਾਰ ਕਹਿੰਦੇ ਕਿ ਰਵੀ ਦੀ ਦੁਤੀ ਪ੍ਰਕਾਸ਼ ਦੇ ਵਿੱਚ ਚੰਦਰਮਾ ਦੀ ਦੁਤੀ ਦਾ ਨਾਸ਼ ਹੋ ਜਾਂਦਾ ਹੈ, ਤੇ ਤਾਰਿਆਂ ਦਾ ਵੀ ਗगन ਦੇ ਵਿੱਚ ਕਦੇ ਥਾਂ ਨਹੀਂ ਰਹਿੰਦਾ, ਯਾਨੀ ਭਾਸਦੇ ਨਹੀਂ, ਦਿਖਦੇ ਨਹੀਂ। ਦਿਨੇ ਤਾਰਾ ਨਹੀਂ ਦਿਖਦਾ ਜਦੋਂ ਸੂਰਜ ਦੀ ਰੋਸ਼ਨੀ ਹੋਵੇ। ਤੋ ਯਦ ਮੁਕਤ ਬਿੰਦੂ ਜਲ ਜੋਈ। ਸਜਾਤੀ ਦੀ ਗੱਲ ਆ ਗਈ। ਭੇਦ ਨ ਲਖੈ ਸਰਸ ਮੈਂ ਕੋਈ। ਕਹਿੰਦੇ ਤੋਯਦ ਮੁਕਤ, ਆਕਾਸ਼ ਤੋਂ ਇੱਕ ਬੂੰਦ ਧਰਤੀ ਤੇ ਡਿੱਗਿਆ। ਬੂੰਦੀ ਬਿੰਦੂ ਜਲ ਜੋਈ, ਇੱਕ ਮੁਕਤ ਹੋ ਕੇ ਬਿੰਦੂ ਆਪਣੇ ਸਰੂਪ ਦੇ ਵਿੱਚੋਂ ਆਕਾਸ਼ ਤੋਂ, ਆਕਾਸ਼ਾਤ ਪਤਿਤੰ ਤੋਯੰ ਯਥਾ ਗच्छति ਸਾਗਰਮ। ਜਦੋਂ ਸਾਗਰ ਦੇ ਵਿੱਚ ਉਸਨੇ ਆ ਕੇ ਡਿੱਗਣਾ ਕੀਤਾ, ਕਹਿੰਦੇ ਜਦੋਂ ਸਾਗਰ ਦੇ ਵਿੱਚ ਉਹ ਬੂੰਦ ਡਿੱਗੀ, ਤਾਂ ਭੇਦ ਨਾ ਲਖੈ ਸਰਸ ਮੈਂ ਕੋਈ। ਹੁਣ ਭਰੇ ਸਮੁੰਦਰ ਦੇ ਵਿੱਚ, ਜਲ ਦੀ ਬਹੁਤਾਤ ਦੇ ਵਿੱਚ ਜਿਹੜੀ ਉਹ ਬੂੰਦ ਡਿੱਗੀ, ਉਹਦਾ ਕੋਈ ਭੇਤ ਹੀ ਨਹੀਂ ਆਇਆ ਵੀ ਕਿੱਥੇ ਗਈ, ਕਿੱਧਰ ਗਈ, ਕੋਈ ਸਮਝ ਹੀ ਨਹੀਂ ਲੱਗੀ। ਇਸ ਲਈ ਉਹ ਸਜਾਤੀ ਦੇ ਵਿੱਚ ਮਿਲ ਕੇ ਆਪਣੇ ਸਰੂਪ ਨੂੰ ਖੋ ਗਈ, ਯਾਨੀ ਆਪਣੇ ਸਰੂਪ ਨੂੰ ਸਜਾਤੀ ਨਾਲ ਹੀ ਅਭੇਦ ਕਰ ਗਈ। ਠੀਕ ਹੈ ਜੀ, ਇਹ ਵੀ ਹੇਤੂ ਬਣ ਗਿਆ। ਜਹ ਸਭ ਸਤ ਨ ਦੇਖੈ ਕੋਈ, ਕੂਰਮ ਰੋਮ ਸਮਾਨ ਨ ਹੋਈ। ਕਹਿੰਦੇ ਇਹ ਸਭ ਸੱਤ ਹੈ, ਪਰ ਕਿਸੇ ਨੂੰ ਦਿਸਦਾ ਇਹ ਵੀ ਨਹੀਂਗਾ। ਇਹ ਸਾਰੀਆਂ ਗੱਲਾਂ ਸੱਤ ਹੈ, ਇਹ ਸਾਰਿਆਂ ਨੂੰ ਦੀਂਦੀਆਂ ਨਹੀਂ। ਕੂਰਮ ਰੋਮ, ਕੂਰਮ ਯਾਨੀ ਕ੍ਰਿਮੀ, ਕੁਮੀ ਜਿਹੜਾ ਹੈ, ਕੱਛੂ ਕੁੰਮੇ ਦੇ ਰੋਮ ਦੇ ਸਮਾਨ ਜਿਹੜਾ ਹੈ, ਇਹ ਸਮਾਨ ਨਾ ਹੋਈ।
ਉਸ ਤਰ੍ਹਾਂ ਇਹ ਨਹੀਂ ਕਹਿ ਸਕਦੇ ਵੀ ਹੈ ਹੀ ਨਹੀਂ ਗੀਆਂ, ਹੈਗੀਆਂ ਹੈ ਪਰ ਦੀਂਦੀਆਂ ਨਹੀਂ। ਪਰ ਗ੍ਰੰਥਾਕਾਰ ਫਿਰ ਸਿੱਧ ਕਰਦੇ ਆ, ਜੋਗੀ ਪੁਰष सकल को हिरे नहीं अभाव कदाचित तेरे। ਕਹਿੰਦੇ ਜੋਗੀ ਪੁਰਸ਼ ਸਦਾ ਹੀ ਸਕਲ ਤੋਂ ਹੀ ਇਹਨੂੰ ਹੇਰਦਾ ਰਹਿੰਦਾ, ਦੇਖਦਾ ਰਹਿੰਦਾ। ਉਹ ਤਾਂ ਅੱਖਾਂ ਮੀਟਦਾ ਤੇ ਸਾਰੀ ਸ੍ਰਿਸ਼ਟੀ ਦਾ ਬ੍ਰਹਿਮੰਡ ਦਾ ਗਿਆਨ ਆ ਜਾਂਦਾ। ਮਨ ਦੀ ਤਰੰਗ, ਮਨ ਦੇ ਬਲਬਲੇ, ਮਨ ਦੇ ਭਾਵ ਨੂੰ ਉਹਦੀ ਕਬੂਲ ਕੇ ਦੱਸ ਦਿੰਦਾ ਕਿੱਥੇ ਚੱਲਿਆ ਫਿਰਦਾ ਮਨ ਤੇ। ਜੋਗੀ ਜੁੜਿਆ ਹੋਇਆ ਪੁਰਸ਼, ਰੱਬ ਨਾਲ ਜੋਗ ਕੀਤਾ ਹੈ ਜਿਸਨੇ, ਐਸਾ ਜੋਗੀ, ਜੋਗੀ ਪੁਰਸ਼ ਸਕਲ ਕੋ ਹੀਰਾ, ਸਾਰਿਆਂ ਨੂੰ ਦੇਖਦਾ। ਨੌ ਜਿਹੜੇ 8 ਹੇਤੂ ਆ ਸਾਰਿਆਂ ਦਾ ਉਹਨੂੰ ਗਿਆਨ ਹੁੰਦਾ। ਨਹੀਂ ਅਭਾਵ ਕਦਾਚਿਤ ਤੇਰਾ, ਕਹਿੰਦੇ ਉਹ ਕਦੇ ਵੀ ਤੇਰਦਾ ਨਹੀਂ, ਕਦਾਚਿਤ ਵੀ ਅਭਾਵ ਨਹੀਂ ਹੁੰਦਾ ਉਹਦੇ ਭਾਵ ਦੇ, ਉਹ ਸਦਾ ਹੀ ਆਨੰਦ ਵਿੱਚ ਰਹਿੰਦਾ, ਭਾਵ ਉਹਨੂੰ ਸਦਾ ਹੀ ਗਿਆਨ ਹੁੰਦਾ ਰਹਿੰਦਾ ਹੈ। ਕਿਉਂ ਹੀ ਬ੍ਰਹਮ ਏਕ ਜਗ ਮਾਹੀ, ਮੁਗਧ ਬੁੱਧੀ ਤਹਿ ਰਹਿ ਨਹੀਂ। ਗ੍ਰੰਥਾਕਾਰ ਕਹਿੰਦੇ ਜਿਵੇਂ ਜੋਗੀ ਪੁਰਸ਼ ਸਾਰਿਆਂ ਨੂੰ ਦੇਖਦਾ ਤੇ ਨਹੀਂ ਅਭਾਵ ਕਦਾਚਿਤ ਤੇਰਾ, ਉਹ ਕਿਸੇ ਥਾਂ ਤੇ ਵੀ ਅਭਾਵ ਰੱਬ ਦਾ ਪ੍ਰਦਰਸ਼ਨ ਨਹੀਂ ਕਰਦਾ, ਟੇਰ ਦੇਖਦਾ ਨਹੀਂਗਾ। ਪਰ ਕਿਉਂ ਹੀ ਬ੍ਰਹਮ ਏਕ ਜਗ ਮਾਹੀ, ਉਸੇ ਤਰ੍ਹਾਂ ਹੀ ਬ੍ਰਹਮ ਇੱਕ ਹੀ ਜਗਤ ਦੇ ਵਿੱਚ ਹੈ, ਇੱਕ ਹੀ ਬ੍ਰਹਮ ਜਗਤ ਦੇ ਵਿੱਚ ਹੈ। ਮੁਗਧ ਬੁੱਧੀ ਤਹ ਹੀਰਾ ਨਹੀਂ, ਮੁਗਧ ਬੁੱਧੀ ਦੇ ਨਾਲ, ਬੁੱਧੀ ਜਿਹਦੀ ਵਿੱਚ ਮੂਰਖਪਣ ਹੈ, ਉਹ ਬੁੱਧੀਵਾਨ ਪੁਰਸ਼ ਨਹੀਂ, ਉਹ ਬੁੱਧੀ ਦੇ ਮਗਰ ਲੱਗ ਕੇ ਗਿਆਨ ਨੂੰ ਤਿਆਗ ਕੇ, ਮੁਗਧ ਬੁੱਧੀ ਤਹ ਹੀਰੇ ਨਹੀਂ, ਮੂਰਖ ਬੁੱਧੀ ਵਾਲੇ ਲੋਕ ਉਸ ਈਸ਼ਵਰ ਨੂੰ ਦੇਖ ਨਹੀਂ ਸਕਦੇ, ਕਿਉਂਕਿ ਗਿਆਨੀ ਬ੍ਰਹਮ ਅਭੇਦ ਨਿਹਾਰੈ, ਅਹੰ ਬ੍ਰਹਮ ਬਹਿ ਪ੍ਰਗਟ ਉਚਾਰੈ। ਕਹਿੰਦੇ ਜਿਹੜਾ ਗਿਆਨੀ ਹੈ, ਗਿਆਨਮ ਅਸਿਆਸਤੀ ਤੀ ਗਿਆਨੀ, ਗਿਆਨ ਹੈ ਕੋਲ ਜਿਸ ਦੇ, ਗਿਆਨ ਹੈ ਹਿਰਦੇ ਵਿੱਚ ਜਿਸਦੇ, ਜਿਸ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਕਹਿੰਦੇ ਗਿਆਨੀ ਬ੍ਰਹਮ ਅਭੇਦ ਨਿਹਾਰੈ, ਜਿਹੜਾ ਗਿਆਨੀ ਹੈ ਉਹ ਬ੍ਰਹਮ ਦੇ ਨਾਲ ਅਭੇਦ ਹੋਏ, ਆਪਣੇ ਅਭੇਦ ਦਾ ਅਰਥ ਕੀ ਹੁੰਦਾ? ਜੁੜ ਜਾਣਾ, ਵਿੱਚੇ ਲੀਨ ਹੋ ਜਾਣਾ। ਉਸ ਨੂੰ ਨਿਹਾਰਦਾ, ਦੇਖਦਾ ਵੀ ਮੈਂ ਤੇ ਬ੍ਰਹਮ ਤੇ ਮੈਂ ਤਾਂ ਇੱਕ ਹੋ ਗਏ, ਅਭੇਦ ਹੋ ਗਿਆ ਨਾ ਦੋਨਾਂ ਦਾ। ਉਹ ਕੀ ਕਰਦਾ ਗਿਆਨੀ? ਗਿਆਨੀ ਬ੍ਰਹਮ ਨੂੰ ਤੇ ਆਪਦੇ ਆਪ ਨੂੰ ਜੋੜ ਲੈਂਦਾ, ਤੇ ਇੰਨਾ ਜੋੜ ਲੈਂਦਾ ਵੀ ਅਭੇਦ ਹੀ ਹੋ ਜਾਂਦਾ ਹੈ, ਜੁੜ ਜਾਂਦਾ, ਘੁਲ ਜਾਂਦਾ, ਮਿਲ ਜਾਂਦਾ। ਕਹਿੰਦੇ ਫਿਰ ਕੀ ਕਹਿੰਦਾ? ਅਹੰ ਬ੍ਰਹਮ ਬਹਿ ਪ੍ਰਗਟ ਉਚਾਰੈ। ਕਹਿੰਦੇ ਗਿਆਨਵਾਨ ਪੁਰਸ਼ ਜਦ ਬ੍ਰਹਮ ਨੂੰ ਆਪਣੇ ਵਿੱਚ ਅਭੇਦ ਕਰਦਾ, ਆਪਣੇ ਆਪ ਨੂੰ ਬ੍ਰਹਮ ਵਿੱਚ ਅਭੇਦ ਕਰਦਾ ਬੂੰਦ ਦੀ ਤਰ੍ਹਾਂ, ਫਿਰ ਕਹਿੰਦੇ ਉਹ ਸਾਰੇ ਹੇਤੂ ਇੱਥੇ ਲਾਗੂ ਹੋ ਜਾਂਦੇ ਆ। ਕਹਿੰਦੇ ਅਭੇਦ ਨਿਹਾਰੈ ਅਹੰ ਬ੍ਰਹਮ ਬਹਿ ਪ੍ਰਗਟ ਉਚਾਰੈ। ਫਿਰ ਉਹ ਪ੍ਰਗਟ ਬੋਲਦਾ, ਉਚਾਰਨ ਕਰਦਾ ਵੀ ਅਹੰ ਬ੍ਰਹਮਾਸਮੀ, ਮੈਂ ਹੀ ਬ੍ਰਹਮ ਆ, ਕਿਉਂਕਿ ਬ੍ਰਹਮ ਮੇਰੇ ਹਿਰਦੇ ਵਿੱਚ ਹੈ, ਮੈਂ ਬ੍ਰਹਮ ਦੇ ਵਿੱਚ ਆ, ਬ੍ਰਹਮ ਮੇਰੇ ਵਿੱਚ ਹੈ। ਇਸ ਲਈ ਹੁਣ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਏ। ਇਸ ਲਈ ਗੁਰੂ ਪਿਆਰਿਓ, ਅਗਲਾ ਪ੍ਰਸੰਗ ਆਪਾਂ ਕੱਲ ਨੂੰ ਸ਼੍ਰਵਣ ਕਰਾਂਗੇ। ਬੜਾ ਦਾਰਸ਼ਨਿਕ, ਬਹੁਤ ਵਧੀਆ, ਬੜਾ ਸੂਖਸ਼ਮ ਗ੍ਰੰਥ ਹੈ। ਜੇ ਇਹਦੀ ਆਪਾਂ ਸ਼ਾਸਤਰ ਸੰਮਤੀ ਨਾਲ, ਸ਼ਾਸਤਰ ਢੰਗ ਨਾਲ ਵਿਆਖਿਆ ਕਰੀਏ ਤਾਂ ਇਹ ਬਹੁਤ ਟਾਈਮ ਲਏਗਾ। ਇਸ ਕਰਕੇ ਆਪਾਂ ਇਹਨੂੰ ਜਿਹੜਾ ਸਰਗਰਭ ਵਿੱਚ ਜਿੰਨਾ ਕੁ ਆਪਣੀ ਸਮਝ ਆਵੇ, ਸਾਰ ਬੁੱਧੀ, ਆਮ ਬੁੱਧੀ ਦੇ ਸਮਝ ਆਉਣ ਜੋਗੀ, ਮੈਂ ਚਾਹੁੰਦਾ ਵੀ ਇੰਨੀ ਕੀ ਵਿਆਖਿਆ ਹੋਵੇ। ਆਮ ਬੰਦਾ ਜਿਹੜਾ ਜਿਗਿਆਸੂ ਹੈ, ਚਾਕਸ਼ੂ ਹੈ, ਇਹਨੂੰ ਸੁਣ ਕੇ ਇਹ ਤੋਂ ਕੋਈ ਗੁਣ ਪ੍ਰਾਪਤ ਕਰ ਲਏ। ਇਸ ਕਰਕੇ ਇਹ ਬ੍ਰਹਮ, ਇਹ ਗ੍ਰੰਥ ਹੀ ਇੰਨੀ ਵੱਡੀ ਸ਼ਖਸੀਅਤ ਦਾ ਲਿਖਿਆ ਹੈ ਤੇ ਇੰਨਾ ਉੱਚ ਅਵਸਥਾ ਵਿੱਚ ਲਿਖਿਆ। ਇਸ ਗ੍ਰੰਥ ਨੂੰ ਪੜ੍ਹਨ ਦਾ ਮਤਲਬ ਹੈ ਤੁਸੀਂ ਸਾਰਾ ਵਿਦਾਂਤ ਘੋੜ ਕੇ ਪੀ ਲਿਆ। ਕਿ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ ਖੰਡਨ ਪੜ੍ਹਨਾ, ਅਦਵੈਤ ਸਿੱਧੀ ਪੜ੍ਹਨੀ ਹੈ, ਖੰਡਨ ਖੰਡ ਕਾਦਿਅਮ ਜਾਂ ਕੁਛ ਵੀ। ਫਿਰ ਇੱਥੇ ਇਸ ਗ੍ਰੰਥ ਦੇ ਵਿੱਚ ਸਾਰੇ ਤਰ੍ਹਾਂ ਦੇ ਪ੍ਰਮਾਣ ਜਿਹੜੇ ਵਾਚਸਪਤੀ ਮਿਸ਼ਰ ਨੇ ਬ੍ਰਹਮ ਸੂਤਰ ਦੀ ਵਿਆਖਿਆ ਦੇ ਵਿੱਚ ਦਿੱਤੇ ਹੈ, ਸਾਰੇ ਗ੍ਰੰਥਾਕਾਰ ਨੇ ਇਹਦੇ ਵਿੱਚ ਸੰਮਿਤ ਕੀਤੇ ਹੈ। ਉਹ ਸਾਰੇ ਆਪਾਂ ਸਮੇਂ-ਸਮੇਂ ਤੇ ਸ਼੍ਰਵਣ ਕਰਦੇ ਜਾਵਾਂਗੇ। ਅੱਜ ਦੀ ਇੱਥੇ ਸਮਾਪਤੀ ਹੈ। ਸਤਨਾਮ ਸ਼੍ਰੀ ਵਾਹਿਗੁਰੂ।